ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ। ਸੋ ਆਪ ਸਰਬੱਤ ਸੰਗਤਾਂ ਨੂੰ ਭਗਤ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਘਰੋਂ ਨਾਮ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਕਰਨ, ਕਿਉਂਕਿ ਮਹਾਂਪੁਰਖਾਂ ਦੇ, ਭਗਤਾਂ ਦੇ, ਗੁਰੂ ਕੇ ਸਿੱਖਾਂ ਦੇ ਆਪਾਂ ਦਿਨ ਦਿਹਾੜੇ ਮਨਾਉਂਦੇ ਆ। ਮਨਾਉਣ ਦਾ ਤਾਂ ਹੀ ਫਾਇਦਾ ਗੁਰਮੁਖੋ, ਜੇਕਰ ਆਪਾਂ ਉਹਨਾਂ ਦੀ ਦਿੱਤੀ ਹੋਈ ਸਿੱਖਿਆ 'ਤੇ ਚੱਲਣ ਦਾ ਯਤਨ ਕਰਾਂਗੇ। ਜੋ ਉਹਨਾਂ ਨੇ ਸੰਸਾਰ ਨੂੰ, ਸਮਾਜ ਨੂੰ ਸੇਧ ਦਿੱਤੀ, ਉਹਦੇ 'ਤੇ ਚੱਲਣ ਦਾ ਯਤਨ ਕਰਾਂਗੇ। ਕਿਉਂਕਿ ਗੁਰਮਤ ਦੇ ਵਿੱਚ ਮਹਾਂਪੁਰਖਾਂ ਦਾ ਕੋਈ ਵੀ ਦਿਨ ਮਨਾਉਣਾ, ਉਹ ਮਨਾਉਣਾ ਹੀ ਨਹੀਂ ਹੁੰਦਾ। ਮਨਾਏ ਤਾਂ ਸਾਡੇ ਬੱਚਿਆਂ ਦੇ ਦਿਨ ਤਿਉਹਾਰ ਜਾਂਦੇ ਨੇ, ਕਿਸੇ ਦਾ ਜਨਮ ਦਿਨ, ਕਿਸੇ ਦੀ ਵਰ੍ਹੇਗੰਢ, ਇਸ ਤਰ੍ਹਾਂ ਦੁਨਿਆਵੀ ਤੌਰ 'ਤੇ ਮਨਾਏ ਜਾਂਦੇ ਨੇ। ਪਰ ਇਹ ਜਿਹੜੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਹੁੰਦੇ ਨੇ, ਪੈਗੰਬਰਾਂ ਦੇ ਜਨਮ ਦਿਹਾੜੇ ਹੁੰਦੇ ਨੇ ਗੁਰਮੁਖੋ, ਇਹ ਮਨਾਉਣ ਦਾ ਮਤਲਬ ਹੁੰਦਾ ਸੇਧ ਲੈਣਾ। ਉਹਨਾਂ ਦੀ ਕਰਨੀ ਨੂੰ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਕੀ ਕੀਤਾ, ਉਹਨਾਂ ਦੀ ਸੰਸਾਰ ਨੂੰ ਕੀ ਦੇਣ ਹੈ। ਸੋ ਆਓ ਭਗਤ ਜੀ ਦੇ ਸੰਬੰਧ ਵਿੱਚ ਆਪਾਂ ਕੁਝ ਵਿਚਾਰਨ ਦਾ ਯਤਨ ਕਰੀਏ। ਭਗਤ ਜੀ ਦੀ ਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। 15 ਭਗਤਾਂ ਦੇ ਵਿੱਚੋਂ ਇੱਕ ਭਗਤ ਰਵਿਦਾਸ ਜੀ ਵੀ ਨੇ, ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਗੁਰਮਤਿ ਦੇ ਨਾਲ ਮੇਲ ਖਾਂਦੀ ਹੈ। ਕਿਉਂਕਿ ਪਾਤਸ਼ਾਹ ਨੇ ਉਹੀ ਬਾਣੀ ਦਰਜ ਕੀਤੀ, ਉਹਨਾਂ ਮਹਾਂਪੁਰਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗ੍ਹਾ ਦਿੱਤੀ, ਜਿਨ੍ਹਾਂ ਦਾ ਆਸ਼ਾ ਗੁਰਮਤਿ ਦੇ ਨਾਲ ਮਿਲਦਾ ਜੁਲਦਾ ਸੀ। ਜਿਹੜਾ ਗੁਰਮਤਿ ਦਾ ਸਿਰਲੇਖ ਹੈ, ਸਿੱਖ ਧਰਮ ਦਾ ਸਿਰਲੇਖ ਹੈ, ਜੇਕਰ 2 ਅੱਖਰਾਂ 'ਚ ਲਿਖਣਾ ਹੋਵੇ ਤੇ ਉਹਨੂੰ ਆਪਾਂ ਲਿਖ ਸਕਦੇ ਹਾਂ ਅਕਾਲ ਪੁਰਖ। ਕਈ ਲੇਖ ਲਿਖ ਸਕਦੇ ਹਾਂ 1-1, 2-2 ਅੱਖਰਾਂ ਦੇ ਵਿੱਚ। ਜਿਵੇਂ ਆਪਾਂ ਕੋਈ ਲੇਖ ਲਿਖਦੇ ਹਾਂ ਨਾ, ਉਹਦਾ ਇੱਕ ਸਿਰਲੇਖ ਹੁੰਦਾ ਹੈ, ਪਤਾ ਲੱਗ ਜਾਂਦਾ ਕਿ ਸਾਰਾ ਫਿਕਰਾ, ਪਹਿਰਾ ਕਾਹਦੇ ਸੰਬੰਧ ਵਿੱਚ ਹੈ। ਇਸ ਤਰ੍ਹਾਂ ਜਦੋਂ ਗੁਰਮਤਿ ਦੀ ਗੱਲ ਕਰਨੀ ਹੋਵੇ ਤੇ ਉੱਪਰ ਸਿਰਲੇਖ ਲਿਖਿਆ ਜਾਂਦਾ ਹੈ ਅਕਾਲ ਪੁਰਖ ਜਾਂ ਗੁਰਮਤਿ ਜਾਂ ਇੱਕ ਓੰਕਾਰ। ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਮਜ਼ਹਬ ਹੈ, ਇਹ ਜਿਹੜੀ ਵਿਚਾਰਧਾਰਾ ਹੈ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੰਨਦੀ ਹੈ। ਉਹ ਇੱਕ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਪਰਿਪੂਰਨ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ। ਬਾਕੀ ਜਿੰਨੇ ਵੀ ਦੁਨੀਆ 'ਤੇ ਪੈਗੰਬਰ ਆਏ, ਮਹਾਂਪੁਰਖ ਆਏ, ਤਤ ਬੇਤਾ, ਉਹਨਾਂ ਨੂੰ ਇੱਕ ਸਿਰਫ ਉਸ ਵਾਹਿਗੁਰੂ ਜੀ ਦਾ ਦੂਤ ਸਮਝਿਆ ਗਿਆ, ਪੈਗੰਬਰ ਸਮਝਿਆ ਗਿਆ, ਕਿ ਉਸ ਨਿਰੰਕਾਰ ਦੀ ਜਿਹੜੀ ਗੱਲਬਾਤ ਹੈ, ਉਹ ਵਾਹਿਗੁਰੂ ਜੀ ਦਾ ਸੁਨੇਹਾ ਉਹ ਦੁਨੀਆ ਤੱਕ ਪਹੁੰਚਦਾ ਕਰਨ ਵਾਸਤੇ ਆਏ।
पर बहुत दुनिया दे विच ऐसे धर्म ने जिहड़े कि उस सुनेहा देण वाले नूं रब मन बैठे। सतगुरां दी जदों आपां बाणी पढ़दे हां ना, बहुत थाई सतगुरु जी कदे अपने आप नूं रब नहीं कहिंदे, कदे भी ये नहीं कहिंदे कि मैं रब हाँ। किसी गुरु साहिब जी ने इदां बाणी दे विच जिक्र नहीं कीता। हमेशा ही नानक धूड़ मंगै तिस गुरसिख की जो आप जपै अवरा नाम जपावै, इत्थों तक गल कीती है कि सतगुरु जी उस गुरसिख की धूड़ी लोचदे ने जिहड़ा आप नाम जपदा है ते होरां नूं जपाउंदा। वेखो है कोई दुनिया ते ऐसा गुरु, ये सतगुरु गुरु नानक साहिब जी ने, जिन्हां ने गल एक अकाल पुरख दी कीती। उस अकाल पुरख की गल करन वाले जिन्ने भी उस तो पहलां दे महापुरख सी, सतगुरां ने सारियां दी गल, सारियां दी विचार गुरु ग्रंथ साहिब जी दे विच रखी, जिहड़ी गुरमत दी कसवट्टी ते सही उतरी, पूरी उतरी। उन्हां दे विचों महान क्रांतिकारी भगत रविदास जी ने बाणी दे विच आप जी दे तकरीबन 40-41 शब्द ने, थोड़ा बहुत अग्गा पिछा भी हो सकता है, पर सारियां दे विच भगत जी ने अपने आप नूं लकोया नहीं। भगत जी चमार बलादरी दे नाल संबंध रखण वाले ने, हालांकि सानू गल नहीं करनी चाहिए पर मजबूरी बन जाती है। उस समय दे विच उदों दे धर्म दे ठेकेदारां ने इउं कह लईए कि अपनी रियासत समझिया होया सी धर्म नूं, जिवें निजी जमीन जायदाद हुंदी है ना, निजता बना के रखिया होया सी। कोई भी समाज दे विच नीवीं जात वाला हुंदा, उहनूं धार्मिक दुआरिਆਂ ते नहीं सी जाण दिता जांदा, उच्च पੱਧਰੀ सिक्ख्या नहीं सी प्राप्त हुंदी। समाज दे विच ऊच नीच छूत छात का बहुत ज़्यादा बोलबाला सी। भगत रविदास जी दे जन्म के बारे कोई स्पष्टीकरण नहीं है। सारे विद्वान आपो अपनी रावां देंदे ने, कोई कुछ लिखदा है, कोई कुछ लिखदा है। 100 साल दे विच कईयां ने जन्म लिखिया, कोई 1377 लिखदा है, कोई 14वीं सदी लिखदा है, पर उन्हां दा जन्म कित्थे होया आपां उन्हां दे जो शब्द ने गुरबाणी दे विच उहदे तो समझना है, क्योंकि सब तो वड्डा साडे कोल सबूत सतगुरां दी बाणी है। भगत रविदास जी दी बाणी है। भगत रविदास जी कहते ने, जाके कुटुंब के ढेड सब ढोर ढुवंत, फिर है अजहूं बनारसी आस पासा। कहते बनारस दे आसे पासे उन्हां दा जन्म होया। कांशी विद्या का महान गढ़ है हिंदू धर्म का। गुरमुख धर्म कोई भी माड़ा नहीं हुंदा। जिहड़ी आपां हुण विचार करनी है ना, इनू समझना है। जदों गल धर्म की होएगी, माड़े बंदियां दी होएगी, वो साडे धर्म दे विच भी ने। पखंडवाद साडे धर्म विच भी बहुत है, चंगे पुरुष साडे विच भी बहुत ने, चंगे होरां दे विच भी बहुत ने, ते माड़े भी। हर एक थां, हर एक महकमा, हर एक देश, कोई भी जगह ते चले जाओ, चंगे माड़े दोवें तरह के मनुख हुंदे ने। इत्थों तक जिंदगी का कोई भी पहलू फरोल लवो, हर एक पहलू के 2 पक्ष होणगे। दिन है, रात है, चंगा है, माड़ा है, इस्त्री है, पुरुष है। इस तरह कोई भी धुप छां 2 पहलू हुंदे ने। चंगियाई है, बुरियाई है। चंगे मनुख ने, माड़े भी ने, गुण है तो अवगुण भी है। सो भगत रविदास जी जिन्हां ते उस वाहिगुरू परमात्मा की बड़ी बख्शिश है। बचपन तो ही भगत रविदास जी का उस वाहिगुरू वल ख्याल है। इन्हां नूं
शौक बहुत है रब दे घर दा कि उस अकाल पुरख वाहिगुरू जी की खेड नूं समझिया जावे। पर उस समय दे जिहड़े पंडित सी, जिहड़े ब्राह्मण सी, वो अपने आप नूं उच्च पदवी ते समझदे सी। वो नहीं सी चाहुंदे कि कोई गैर पंडित, गैर ब्राह्मण उच्च विद्या प्राप्त करे। धर्म के द्वार, मंदिरां दे द्वार ते खोलने बहुत औखे सी। पर इतिहास दे विच बड़ियां गाथावां ने। भगत रविदास जी एक अकाल पुरख दे पुजारी सी। उन्होंने पखंड ते बहुत वड्डी चोट कीती है, बहुत वड्डी। मूर्ति पूजा दे बिल्कुल खिलाफ सी और सवाल करते सी जाके। जदों तुसी किसी नूं सवाल करोगे ना, सब तो वड्डी दिक्कत वो सवाल है, होर कोई लैण देण नहीं। अज दे युग च जिहड़ा बंदा तुहानूं सवाल करदा ना, बस उही अखां च रड़कदा है, क्योंकि सवाल हमेशा सियाणा बंदा करदा हुंदा है। सियाणा बंदा सवाल करेगा, मूर्ख बंदा चख मारेगा। बहस, जिहड़ी बहस है ना, कहंदे सियाणियां बंदियां दी बहस नहीं हुंदी। जिवें दही नूं रिड़किया जांदा है, वो सियाणे बंदे रिड़कदे ने, ते पानी च मधानी घट बुद्धि वाले लोग पाउंदे ने। दही च मधानी पाओगे बड़ा कुछ निकल जाता है, लस्सी निकलेगी, मक्खण निकलेगा, 36 पदार्थ बना सकते हो। पर जिहड़े गुरमुख ने, सियाणे बंदे ने, वो विचार करते हैं, विचार चर्चा, झक नहीं मारते। सो कहते हैं सियाणा बंदा हमेशा सवाल करेगा, क्योंकि उन्हें पहला सारा कुछ समझिया हुंदा है। सवाल का जवाब तुहानूं सही मिलना चाहिए, तां तुहाडी संतुष्टि है। हुण भगत जी नूं मंदिरां दे विच जाण नहीं दिता जाता। वो कहंदे ने ये चमार है, नीवीं जात है, ये चम का काम करदा है, जुत्तियां गंढण का काम करदा है। पर उन्होंने ये नहीं सी पता, ये जुत्तियां ही कल्ला नहीं गंढदा, ये ते जेड़ा कोई इहदे कोले आउंदा है, नाले अगले दा जोड़ा गंढदा है, नाले उन्होंने रब जी दे नाल पक्की सिउण मार दिंदा। आखो सतनाम, पक्का ही तोपा ला दिंदा, ना टुटे ना कोई अगे पिछे होवे। कहंदे ने रामानंद जी जिहड़े कि बड़े पहुँचे ने भगत, उन्हां दा एक शब्द गुरु ग्रंथ साहिब जी दे विच भी है, भगत रामानंद जी दा। उन्हां दे 12 चेले ने, जिक्र आउंदा 12 दे विचों एक भगत कबीर जी, भगत रविदास जी ते धन्ना भगत धन्ना जी। ये कहंदे 3 उन्हां दे चेलियां दे विचों चेले सी। पहला वो भी इस चक्कर दे विच रहे, पर अखीर दे विच रामानंद जी भी एक अकाल पुरख दे उपासक बन गए। कहंदे ने बाहरों ही जिहड़ा उपदेश रामानंद जी देंदे ने, भगत रविदास जी बाहर बह के वो उपदेश ग्रहण करते हैं। जिहड़ी भी कोई चंगी गल हुंदी है, भगत जी वो चंगी गल ग्रहण कर लेंदे ने। इन्नी वड्डी पदवी ते पहुँच गए कि उन्हां लोगों नूं सवाल करन लग गए। हुण जिहड़ा बंदा सवाल करदा ना, उन्होंने फिर पुट्ठे तरीके दे नाल पिछे किया जाता। सही तरीके दे नाल ते कोई कर नहीं सकता। उहदी शिकायत कर दी गई भगत जी दी। कहंदे ने राजे कोल सद्दिया गया, शिकायत की कीती? कहंदे जी ये साडे धर्म ते चोट करदा है, साडे धर्म नूं नहीं मनदा, साडे जनेऊ ते गल करदा है, मूर्तियां ते गल करदा है। असी जो क्रिया कर्म करते हैं, कर्म करते हैं, उहदे ते गल करदा है। उत्थों का जिहड़ा राजा सी ना, कांशी दा, कहंदे ने बड़ा सियाणा सी। उन्हें आख्या कि भाई मैं तुहानूं भी सद्दांगा ते उहनूं भी सद्दांगा, चर्चा होएगी। जिहड़ा चर्चा दे विच हार गया, भाव जिन्हों सवाल दे जवाब ना आए, वो दूजे नूं मोढियां ते चक के उहदे घर तक लैके जाएगा। जेकर भगत रविदास जी तुहाडे सवालों के जवाब ना दे सके
ਤੁਹਾਨੂੰ ਸੰਤੁਸ਼ਟ ਨਾ ਕਰ ਸਕੇ। ਭਗਤ ਰਵਿਦਾਸ ਜੀ ਤੁਹਾਡੇ ਇੱਕ ਜਿਹੜਾ ਵੀ ਮੁਖੀ ਹੈ ਉਹਨੂੰ ਚੁੱਕ ਕੇ ਤੁਹਾਡੇ ਘਰ ਤੱਕ ਲੈ ਕੇ ਜਾਏਗਾ। ਜੇਕਰ ਤੁਹਾਨੂੰ ਜਵਾਬ ਨਾ ਆਇਆ ਤਾਂ ਤੁਹਾਨੂੰ ਭਗਤ ਰਵਿਦਾਸ ਜੀ ਨੂੰ ਮੋਢਿਆਂ 'ਤੇ ਚੁੱਕ ਕੇ ਉਹਨਾਂ ਦੇ ਘਰ ਛੱਡ ਕੇ ਆਉਣਾ ਪਵੇਗਾ। ਬਹੁਤ ਵੱਡੀ ਗੱਲ ਸੀ। ਕਿੱਥੇ ਹੱਥ ਲਾਉਣ ਤੋਂ ਚੱਲਦੇ ਅਗਲੇ, ਨੇੜੇ ਲੱਗਣ ਨਹੀਂ ਦਿੰਦੇ, ਪਰਛਾਵਾਂ ਨਹੀਂ ਪੈਣ ਦਿੰਦੇ, ਮੋਢਿਆਂ 'ਤੇ ਚੁੱਕਣਾ ਇਹ ਵੀ ਬਹੁਤ ਵੱਡੀ ਸਜ਼ਾ ਹੀ ਸਮਝ ਲਵੋ। ਕਹਿੰਦੇ ਨੇ ਸਵਾਲ ਜਵਾਬ ਹੋਏ, ਸਾਰੀ ਦਿਹਾੜੀ ਚਰਚਾ ਚੱਲਦੀ ਰਹੀ। ਭਗਤ ਜੀ ਕਹਿੰਦੇ ਨੇ ਜੇ ਮੂਰਤੀ ਦੇ ਵਿੱਚ ਰੱਬ ਹੈ, ਮਾਫ ਕਰਿਓ ਇਹ ਕਿਸੇ ਧਰਮ ਤੇ ਕਿੰਤੂ ਪਰੰਤੂ ਨਹੀਂ, ਮੁਬਾਰਕ ਹੈ। ਪਰ ਜੋ ਉਹਨਾਂ ਦੀ ਗੋਸ਼ਟੀ ਹੋਈ, ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ। ਭਗਤ ਜੀ ਕਹਿੰਦੇ ਨੇ ਜੇ ਤੁਹਾਡਾ ਰੱਬ ਪੱਥਰ ਦੇ ਵਿੱਚੋਂ ਬੋਲਦਾ ਹੈ ਤੇ ਮੈਂ ਤੁਹਾਡੇ ਰੱਬ ਨੂੰ ਗੋਦੀ ਦੇ ਵਿੱਚ ਲੈ ਕੇ ਬਹਿਨਾ, ਤੁਸੀਂ ਰੱਬ ਨੂੰ ਆਖੋ ਕਿ ਮੇਰੇ ਗੋਦੀ ਚੋਂ ਉੱਠ ਕੇ ਚਲਾ ਜਾਏ ਜਾਂ ਮੈਨੂੰ ਕੋਈ ਸਜ਼ਾ ਦੇ। ਪੱਥਰ ਤੇ ਬੋਲਦਾ ਨਹੀਂ। ਇੱਕ ਪੱਥਰ ਰਾਜਗੀਰੀ ਮਿਸਤਰੀ ਰਾਜਗੀਰ ਲਾਉਂਦਾ ਹੈ, ਪੈਰਾਂ ਦੇ ਥੱਲੇ ਹੈ। ਕਹਿੰਦੇ ਇੱਕ ਪੱਥਰ ਉਹ ਹੈ ਜਿਹਨੂੰ ਘੜ ਕੇ ਘੜਨਹਾਰਾ ਮੂਰਤੀ ਬਣਾ ਦਿੰਦਾ, ਹਾਲਾਂਕਿ ਉਹਦੇ ਉੱਪਰ ਪੈਰ ਰੱਖ ਕੇ ਮੂਰਤੀ ਬਣਾਉਂਦਾ ਹੈ। ਜੇਕਰ ਮੂਰਤੀਆਂ ਦੇ ਵਿੱਚ ਰੱਬ ਹੁੰਦਾ, ਉਹ ਅਗਲੇ ਦੀ ਭਾਵਨਾ ਹੈ। ਖੈਰ ਸਵਾਲ ਜਵਾਬ ਹੋਏ। ਰਾਜੇ ਨੇ ਆਖਿਆ ਕਿ ਭਾਈ ਹੁਣ ਤੁਸੀਂ ਭਗਤ ਰਵਿਦਾਸ ਜੀ ਨੂੰ ਮੋਢਿਆਂ 'ਤੇ ਚੁੱਕ ਕੇ ਇਹਦੇ ਘਰ ਛੱਡ ਕੇ ਆਓ। ਨੀਵੇਂ ਹੋ ਗਏ, ਹਦਕ ਹੋਈ, ਕਿਉਂਕਿ ਜਿਹੜੇ ਭਗਤ ਰਵਿਦਾਸ ਜੀ ਸੀ ਨਾ, ਇਹ ਦੁਨਿਆਵੀ ਤੌਰ 'ਤੇ ਗੱਲ ਕਰਕੇ ਉਹਨਾਂ ਨੂੰ ਪਰਮਾਰਥ ਦੇ ਰਸਤੇ 'ਤੇ ਲੈ ਕੇ ਜਾਂਦੇ ਸੀ। ਦੁਨਿਆਵੀ ਗੱਲ ਕਰਕੇ ਉਹਨਾਂ 'ਤੇ ਗੁਰਮਤਿ ਦਾ ਪ੍ਰਭਾਵ ਪਾਉਂਦੇ ਸੀ, ਜਾਂ ਇਉਂ ਕਹਿ ਲਈਏ ਅਧਿਆਤਮਿਕਤਾ ਦਾ ਪ੍ਰਭਾਵ ਪਾਉਂਦੇ ਸੀ। ਬੜਾ ਯਤਨ ਕੀਤਾ ਗਿਆ ਪਰ ਗੱਲ ਨਾ ਬਣੀ। ਭਗਤ ਰਵਿਦਾਸ ਜੀ ਨੂੰ ਪੁੱਛਿਆ ਗਿਆ, ਇੱਕ ਕਮਰੇ ਦੇ ਵਿੱਚ ਇੱਕ ਜਗ੍ਹਾ 'ਤੇ ਆਰਤੀ ਹੋ ਰਹੀ ਹੈ। ਭਗਤ ਜੀ ਨੇ ਸਵਾਲ ਕਰ ਦਿੱਤਾ ਕਿ ਭਾਈ ਆਰਤੀ ਕਾਹਦੀ ਹੈ, ਇਹ ਕੀ ਕਰ ਰਹੇ ਹੋ ਤੁਸੀਂ? ਉਹ ਕਹਿੰਦੇ ਭਾਈ ਇਹ ਰੱਬ ਦੀ ਆਰਤੀ ਹੈ, ਉਸ ਵਾਹਿਗੁਰੂ ਜੀ ਨੂੰ ਖੁਸ਼ ਕੀਤਾ ਜਾ ਰਿਹਾ। ਥਾਲ ਦੇ ਵਿੱਚ ਦੀਵੇ ਰੱਖ ਕੇ ਮਾਲਾ ਇਤਿਆਦ ਫੁੱਲ ਵਗੈਰਾ ਕਰਕੇ ਮੂਰਤੀ ਦੇ ਅੱਗੇ ਘੁਮਾਇਆ ਜਾ ਰਿਹਾ ਹੈ। ਭਗਤ ਜੀ ਨੇ ਸਵਾਲ ਕੀਤਾ। ਉਹ ਕਹਿੰਦੇ ਭਾਈ ਤੂੰ ਹੀ ਦੱਸ ਦੇ ਅਸਲ ਆਰਤੀ ਕਿਹੜੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਜਦੋਂ ਗਏ ਸੀ, ਉੱਥੇ ਵੀ ਸਵਾਲ ਕੀਤਾ ਸਤਿਗੁਰਾਂ ਨੇ। ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਇੱਦਾਂ ਦੀ ਗਾਥਾ ਭਗਤ ਰਵਿਦਾਸ ਜੀ ਦੇ ਨਾਲ ਵਾਪਰੀ। ਫਿਰ ਭਗਤ ਜੀ ਨੇ ਵੀ ਇੱਕ ਸ਼ਬਦ ਉਚਾਰਨ ਕੀਤਾ। ਕਹਿੰਦੇ ਨੇ ਭਾਈ ਜਿਹੜੀ ਮੇਰੀ ਆਰਤੀ ਹੈ ਨਾ, ਉਹ ਹੈ ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਕਹਿੰਦੇ ਮੇਰੀ ਆਰਤੀ ਵੀ ਨਾਮ ਹੈ, ਜਿਹੜੇ ਤੁਹਾਡੇ ਫੁੱਲ ਨੇ ਉਹ ਵੀ ਮੇਰਾ ਨਾਮ ਹੀ ਹੈ, ਜਿਹੜੇ ਦੀਵੇ ਨੇ ਇਹ ਵੀ ਮੇਰਾ ਨਾਮ ਹੀ ਹੈ। ਭਾਵ ਜੋ ਵੀ ਤੁਸੀਂ ਕਰ ਰਹੇ ਹੋ ਇੱਕ ਨਾਮ ਹੈ। ਜਿਹੜੀ ਜੋਤ ਜਗਾ ਕੇ ਤੁਸੀਂ ਥਾਲ ਦੇ ਵਿੱਚ ਰੱਖੀ ਹੈ, ਇਹ ਤੁਹਾਡੇ ਅੰਦਰਲੇ ਅਗਿਆਨ ਨੂੰ ਦੂਰ ਨਹੀਂ ਕਰ ਸਕਦੀ। ਹਵਾ ਦਾ ਝੋਕਾ ਆਇਆ ਤੇ ਬੁੱਝ ਜਾਏਗੀ। ਉਹ ਗਿਆਨ, ਉਹ ਜੋਤ ਜਗਾਓ ਜਿਹੜੀ ਹਿਰਦੇ ਦੇ ਵਿੱਚ ਜਗੇ, ਗਿਆਨ ਦੀ, ਜਿਹਦੇ ਨਾਲ ਤੁਹਾਡੇ ਅੰਦਰ ਗਿਆਨ ਆਵੇ, ਤੁਹਾਡੇ ਅੰਦਰੋਂ ਅਗਿਆਨਤਾ ਦੂਰ ਹੋਵੇ। ਭਗਤ ਜੀ ਨੇ ਰਾਮਾਨੰਦ ਜੀ ਦੀ ਸ਼ਰਨ ਲਈ ਇਤਿਹਾਸ ਦੇ ਵਿੱਚ ਬੜਾ ਕੁਝ ਲਿਖਿਆ। ਇੱਥੋਂ ਤੱਕ ਭਗਤ ਜੀ ਨੂੰ ਮੂਰਤੀ ਪੂਜਕ ਸਥਾਪਿਤ ਕਰਨ ਦਾ ਯਤਨ ਕੀਤਾ ਗਿਆ। ਹਾਲਾਂਕਿ ਭਗਤ ਜੀ ਦੇ ਜਿਹੜੇ ਸ਼ਬਦ ਨੇ ਨਾ, ਉਹ ਬਿਲਕੁਲ ਸਪਸ਼ਟ ਨੇ ਕਿ ਉਹ ਇੱਕ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਨੇ, ਹੋਰ ਕਿਸੇ ਦੇ ਉਪਾਸ਼ਕ ਨਹੀਂ। ਬਾਣੀ ਦੇ ਵਿੱਚ ਜਦੋਂ ਵੀ ਭਗਤ ਜੀ ਦੀ ਬਾਣੀ ਦਾ ਜ਼ਿਕਰ ਆਉਂਦਾ, ਏਕ ਹੀ ਏਕ ਅਨੇਕ ਹੋਏ ਬਿਥਰਿਓ ਆਨ ਰੇ ਆਨ ਭਰਪੂਰ ਸੋ। ਆਪਾਂ ਹੁਣੇ ਸ਼ਬਦ ਪੜ੍ਹ ਕੇ ਹਟੇ ਹਾਂ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ,
मेरा कर्म कुटलता जन्म को भांति, राम गुसैया जी के जीवना, मोहे ना विसारो मैं जन तेरा। भगत जी ने आनंद बन दिता। वेखो जदों चार चुफेरे एक बहुतात लोकां दा बोल बाला होवे, ਉਹਦੇ ਵਿੱਚ ਨਵੇਕਲੀ ਗੱਲ ਕਰਨੀ ਉਸ ਸਮੇਂ ਦੇ ਵਿੱਚ ਕਿੰਨਾ ਔਖਾ ਹੋਇਆ ਹੋਵੇਗਾ, ਬਹੁਤ ਔਖਾ। ਜਦੋਂ ਭਗਤ ਜੀ ਦਾ ਨਾਮ ਬਣਿਆ, ਜਦੋਂ ਕਹਿੰਦੇ ਨੇ ਮੋਢਿਆਂ 'ਤੇ ਚੁੱਕ ਕੇ ਲਿਜਾ ਰਹੇ ਨੇ, ਆਪਾਂ ਜਿਹੜਾ ਪਹਿਲਾ ਸ਼ਬਦ ਪੜ੍ਹਿਆ, ਫਿਰ ਭਗਤ ਜੀ ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮੱਥ ਹੈ ਛਤਰ ਧਰੈ। ਐ ਸੱਚੇ ਪਾਤਸ਼ਾਹ, ਇਹ ਅਕਾਲ ਪੁਰਖ ਕਿਹੋ ਜਿਹਾ ਮੌਸਮ ਬਣ ਗਿਆ, ਕਿਹੋ ਜਿਹੀ ਖੇਡ ਬਣ ਗਈ ਹੈ। ਜਿਹੜੇ ਲੋਕ ਮੈਨੂੰ ਹੱਥ ਲਾਉਣਾ ਨਹੀਂ ਸੀ ਚਾਹੁੰਦੇ, ਜਿਹੜੇ ਲੋਕ ਮੇਰੇ ਤੋਂ ਘਿਰਨਾ ਕਰਦੇ ਸੀ, ਉਹ ਅੱਜ ਮੈਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਲਿਜਾ ਰਹੇ ਨੇ। ਐ ਮਾਲਕ, ਇਹ ਤੇਰੀ ਵਡਿਆਈ ਹੈ, ਇਹ ਤੇਰੀ ਖੇਡ ਹੈ। ਭਗਤ ਜੀ ਨੇ ਬਾਣੀ ਦੇ ਵਿੱਚ ਬਹੁਤ ਵੱਡੀ ਗੱਲ ਕੀਤੀ, ਜਿਹੜੀ ਅਸੀਂ ਪ੍ਰਸਾਰ ਤੇ ਪ੍ਰਚਾਰ ਨਹੀਂ ਸਕੇ। ਭਗਤ ਜੀ ਦਾ ਆਸਾ ਰਾਗ ਦੇ ਵਿੱਚ ਇੱਕ ਸ਼ਬਦ ਹੈ, ਕਹਿੰਦੇ ਮਿਰਗ ਮੀਨ ਭ੍ਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। 5 ਦੋਖ ਨੇ। ਕਹਿੰਦੇ ਜਿਹੜਾ ਮਿਰਗ ਹੈ ਨਾ, ਇਹ ਨਾਦ ਸੁਣ ਕੇ ਫਸ ਜਾਂਦਾ ਹੈ। ਨਾਦ ਭਾਵ ਸ਼ਬਦ ਸੁਣ ਕੇ ਫਸ ਜਾਂਦਾ ਸ਼ਿਕਾਰੀ, ਇਹਦਾ ਸ਼ਿਕਾਰ ਕਰ ਜਾਂਦਾ। ਇਹਦੇ 'ਚ ਵੱਡਾ ਦੋਸ਼ ਹੈ। ਮੀਨ ਕਿਹਾ ਗਿਆ ਮੱਛੀ ਨੂੰ, ਕਹਿੰਦੇ ਨੇ ਇਹਦੇ 'ਚ ਵੀ ਦੋਸ਼ ਹੈ, ਜੀਭ ਦਾ, ਸਵਾਦ ਦਾ। ਚਾਰੇ 'ਚ ਫਸ ਜਾਂਦੀ ਹੈ, ਕੁੰਡੀ ਦੇ ਵਿੱਚ ਫਸ ਜਾਂਦੀ ਹੈ। ਪਤੰਗ, ਪਤੰਗਾ ਜਿਹੜਾ ਕਿ ਲਾਈਟ 'ਤੇ ਆਉਂਦਾ, ਦੀਵੇ 'ਤੇ ਆਉਂਦਾ, ਉਹਨੂੰ ਵੇਖਣ ਦੀ ਚਾਹਤ ਹੁੰਦੀ ਹੈ, ਪਰ ਉਹਨੂੰ ਪਤਾ ਹੈ ਕਿ ਮੈਂ ਲਾਈਟ 'ਤੇ ਜਾਵਾਂਗਾ, ਦੀਵੇ 'ਤੇ ਜਾਵਾਂਗਾ, ਵਾਪਸ ਨਹੀਂ ਆਵਾਂਗਾ। ਕਹਿੰਦੇ ਇਹ ਵੀ ਉਹਦੇ 'ਚ ਦੋਸ਼ ਹੈ। ਕੁੰਚਰ, ਕੁੰਚਰ ਕਿਹਾ ਜਾਂਦਾ ਹਾਥੀ ਨੂੰ। ਹਾਥੀ ਦੇ ਵਿੱਚ ਕਾਮ ਵਾਸ਼ਨਾ ਦਾ ਸਭ ਤੋਂ ਵੱਡਾ ਦੋਸ਼ ਹੈ। ਸੁਗੰਧੀ ਦਾ ਵੇਖਣ ਦਾ ਦੋਸ਼ ਹੈ। ਸੁਗੰਧੀ ਦਾ ਦੋਸ਼ ਹੈਗਾ ਭਵਰੇ 'ਤੇ। ਜਿਹੜਾ ਭ੍ਰੰਗ ਸ਼ਬਦ ਹੈ ਨਾ, ਇਹ ਹੈ ਭਵਰਾ, ਉਹ ਵੀ ਫਸ ਜਾਂਦਾ ਹੈ। ਕਹਿੰਦੇ ਨੇ ਇਹਨਾਂ ਦੇ ਵਿੱਚ ਇੱਕ ਇੱਕ ਦੋਸ਼ ਹੈ। ਫਿਰ ਕਹਿੰਦੇ ਨੇ ਮਨੁੱਖ ਪੰਜ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ। ਕਹਿੰਦੇ ਨੇ ਇਹਨਾਂ ਦੇ ਵਿੱਚ ਇੱਕ ਇੱਕ ਔਗਣ ਹੈ, ਇੱਕ ਇੱਕ ਔਗਣ ਦੇ ਕਰਕੇ ਇਹ ਬਰਬਾਦ ਹੋ ਜਾਂਦੇ ਨੇ। ਅਤੇ ਮਨੁੱਖ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਕੁ ਔਗਣ ਨੇ। 5 ਦੋਖ ਨੇ, ਇਹੀ ਦੋਖ। ਜਿਵੇਂ ਮਿਰਗ ਹਿਰਨ ਦਾ ਜਿਹੜਾ ਦੋਸ਼ ਹੈ, ਸ਼ਬਦ ਹੈ, ਨਾਦ ਹੈ। ਇੱਕ ਸ਼ਬਦ ਹੋ ਗਿਆ, ਦੂਜਾ ਹੋ ਗਿਆ ਸਵਾਦ ਜਾਂ ਜੀਭ ਦਾ ਰਸ। ਮੀਨ ਮੱਛੀ ਨੂੰ ਚਾਰੇ ਦੇ ਵਿੱਚ ਫਸਦੀ ਹੈ ਨਾ, ਪਤਾ ਹੈ ਨਾਲੇ। ਤੀਸਰਾ ਹੈ ਭ੍ਰੰਗ, ਭੌਰਾ, ਸੁਗੰਧੀ, ਜਿਹੜਾ ਸੁਗੰਧੀ ਵੇਖ ਕੇ ਫੁੱਲ 'ਤੇ ਹੁੰਦਾ ਹੈ। ਚੌਥਾ ਹੈ ਪਤੰਗ, ਪਤੰਗਾ, ਜਿਹੜਾ ਕਿ ਵੇਖ, ਨਿਗਾਹ, ਅੱਖ, ਉਹ ਵੇਖਣ ਦੇ ਲਈ ਲਾਈਟ 'ਤੇ ਆ ਕੇ ਆਪਣਾ ਆਪ ਕੁਰਬਾਨ ਕਰ ਜਾਂਦਾ। ਅਤੇ ਚੌਥਾ ਹੈ ਕਾਮ ਵਾਸ਼ਨਾ। ਕਹਿੰਦੇ ਨੇ ਇਹਨਾਂ 4-5 ਕਰਕੇ ਇਹ ਮਨੁੱਖ ਵੀ ਗਰਕ ਜਾਂਦਾ ਹੈ। 5 ਵਿਕਾਰਾਂ ਦੀ ਪਾਤਸ਼ਾਹ ਨੇ ਗੱਲ ਕੀਤੀ ਹੈ। 5 ਦੀ ਗੱਲ ਗੁਰਮਤਿ ਦੇ ਵਿੱਚ ਬਹੁਤ ਜ਼ਿਆਦਾ ਆਈ ਹੈ, ਬਹੁਤ ਜ਼ਿਆਦਾ। 5 ਪ੍ਰਵਾਨ, 5 ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। 5 ਪਿਆਰੇ, 5 ਤਖਤ ਨੇ ਗੁਰਮੁਖੋ, 5 ਵਿਕਾਰ ਨੇ, 5 ਬਾਣੀਆਂ ਨੇ, 4 ਖਾਣੀਆਂ ਨੇ। ਇਸੇ ਤਰ੍ਹਾਂ 4 ਯੁੱਗ ਨੇ, 4 ਅਵਸਥਾਵਾਂ ਆ ਜਾਂਦੀਆਂ ਨੇ। ਇਹਨਾਂ ਨੂੰ ਜੀਵਨ 'ਤੇ ਜਦੋਂ ਆਪਾਂ ਲਾਗੂ ਕਰਦੇ ਹਾਂ ਨਾ, ਭਗਤ ਜੀ ਦੀ ਬਾਣੀ ਨੂੰ ਗਹਿਰਾਈ ਦੇ ਵਿੱਚ ਜਾ ਕੇ ਸਮਝਦੇ ਹਾਂ, ਗੁਰਮੁਖੋ ਫਿਰ ਸਮਝ ਆਉਂਦੀ ਹੈ ਕਿ ਭਗਤ ਜੀ ਨੂੰ ਕਿੰਨਾ ਗਿਆਨ ਸੀ। ਬੜੇ ਤਕੜੇ ਵਿਦਵਾਨ ਸੀ। ਐਸੀ ਗਾਥਾ ਕੌਣ ਲਿਖ ਸਕਦਾ? ਇਹ 40-41 ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ, ਇਹਨਾਂ ਤੋਂ ਜੁਦਾ ਵੀ ਭਗਤ ਜੀ ਦੀ ਬਾਣੀ ਹੈ। ਜਿਵੇਂ ਭਗਤ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰ ਵੀ ਬਹੁਤ ਵੱਡਾ ਗ੍ਰੰਥ ਹੈ ਇਹਨਾਂ ਦਾ। ਇਹ ਸਮਕਾਲੀ ਨੇ ਭਗਤ ਕਬੀਰ ਜੀ
ਤੇ ਭਗਤ ਰਵਿਦਾਸ ਜੀ ਤੇ ਭਗਤ ਧੰਨਾ ਜੀ, ਇਹ ਕਹਿੰਦੇ ਨੇ ਆਪਸ ਦੇ ਵਿੱਚ ਸਮਕਾਲੀ ਰਹੇ ਨੇ, ਭਾਵ ਇੱਕੋ ਸਮੇਂ ਹੋਏ ਨੇ। ਇਤਿਹਾਸ ਦੇ ਵਿੱਚ ਤੇ ਇੱਥੋਂ ਤੱਕ ਵੀ ਜ਼ਿਕਰ ਹੈ, ਕਹਿੰਦੇ ਭਗਤ ਰਵਿਦਾਸ ਜੀ ਦੀ ਮੁਲਾਕਾਤ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਹੋਈ। ਖੈਰ ਹੋਈ ਜਾਂ ਨਾ ਹੋਈ, ਕਿਉਂਕਿ ਵਿਦਵਾਨਾਂ ਦਾ ਇੱਕ ਮਤ ਨਹੀਂ ਹੈ। ਇਹ ਸਾਡੀ ਸਭ ਤੋਂ ਵੱਡੀ ਨਲਾਇਕੀ ਹੈ ਕਿ ਅਸੀਂ ਆਪਣੇ ਭਗਤਾਂ ਦਾ, ਆਪਣੇ ਗੁਰੂਆਂ ਦਾ ਪੂਰਾ ਜੀਵਨ ਘੋਖ ਨਹੀਂ ਸਕੇ। ਗੁਰੂ ਨਾਨਕ ਸਾਹਿਬ ਜੀ ਦਾ ਵੀ ਜਿਹੜਾ ਜੀਵਨ ਹੈ ਨਾ ਗੁਰਮੁਖੋ, ਉਹਦੀ ਵੀ ਰਿਸਰਚ ਹੋ ਰਹੀ ਹੈ, ਪਰ ਅਸੀਂ ਭਾਲ ਨਹੀਂ ਕਰ ਸਕੇ। ਗੁਰੂ ਨਾਨਕ ਸਾਹਿਬ ਜੀ ਦੀਆਂ ਜਿਹੜੀਆਂ ਉਦਾਸੀਆਂ ਹੋਈਆਂ ਨੇ, ਯੂਰਪ ਤੱਕ ਗਏ ਆ ਮਹਾਰਾਜ, ਪਰ ਸਾਡੀ ਨਲਾਇਕੀ ਹੈ, ਜਾਂ ਇਉਂ ਕਹਿ ਦਈਏ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਕੰਮ ਹੈ, ਉਹ ਇਸ ਪਾਸੇ ਆ ਨਹੀਂ ਰਹੀਆਂ। ਹੁਣ ਭਗਤ ਰਵਿਦਾਸ ਜੀ 14ਵੀਂ ਸਦੀ ਦੇ ਮਹਾਂਪੁਰਖ ਨੇ, 14ਵੀਂ ਜਾਂ 15ਵੀਂ ਕਹਿ ਲਵੋ, ਕਿੰਨਾ ਕੁ ਚਿਰ ਹੋਇਆ। ਇੱਕ ਜਨਮ ਦੀ ਡੇਟ ਫਿਕਸ ਨਹੀਂ ਕਰ ਸਕੇ, ਲੱਭ ਨਹੀਂ ਸਕੇ। ਕੋਈ ਕਹਿੰਦਾ, ਕੋਈ ਕਹਿੰਦਾ। ਤੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਨੇ ਗੁਰਮੁਖੋ, ਅੱਜ ਤੋਂ ਹਜ਼ਾਰ ਸਾਲ ਪਹਿਲਾਂ ਆਪਣੇ ਪੁਰਖਿਆਂ ਦੇ ਸਾਰੇ ਜਿਹੜੇ ਸੀ ਸਾਰੇ ਫਰੋਲ ਦਿੱਤੇ। ਉਹਨਾਂ ਦਾ ਜਨਮ ਕਿੱਥੇ ਹੋਇਆ, ਮਾਤਾ ਪਿਤਾ ਦਾ ਕੀ ਨਾਂ ਸੀ, ਕਿੱਥੇ ਰਹੇ, ਕਿਵੇਂ ਉਹਨਾਂ ਨੂੰ ਆਮਦ ਹੋਈ। ਕਿਤੇ ਨਾ ਕਿਤੇ ਜਦੋਂ ਅਸੀਂ ਪਿੱਛੇ ਹਟਦੇ ਹਾਂ, ਸਾਡੀਆਂ ਸੰਸਥਾਵਾਂ ਇਸ ਵੱਲ ਖਿਆਲ ਨਹੀਂ ਕਰਦੀਆਂ, ਫਿਰ ਉਹ ਜਿਹੜੀ ਗਾਥਾ ਹੁੰਦੀ ਹੈ ਨਾ, ਉਹ ਗੰਧਲੀ ਹੋਣ ਦਾ ਬਹੁਤ ਵੱਡਾ ਚਾਂਸ ਰਹਿੰਦਾ। ਅਸਲ ਦੇ ਨਾਲ ਨਕਲ ਹੋਣ ਦਾ ਬਹੁਤ ਵੱਡਾ ਖਦਸ਼ਾ ਰਹਿੰਦਾ। ਜਦੋਂ ਭਗਤ ਰਵਿਦਾਸ ਜੀ ਦਾ ਇੰਨਾ ਵੱਡਾ ਸਾਡੇ ਕੋਲ ਸਾਹਿਤ ਪਿਆ ਹੈ, ਇੰਨੀ ਵੱਡੀ ਉਹਨਾਂ ਦੀ ਬਾਣੀ ਪਈ ਹੈ, ਤੇ ਉਹਨਾਂ 'ਤੇ ਇਹ ਰਿਸਰਚ ਹੋਣੀ ਚਾਹੀਦੀ ਹੈ ਕਿ ਭਗਤ ਜੀ ਦਾ ਵਾਕਈ ਜਨਮ ਕਿੱਥੇ ਹੋਇਆ। ਬਨਾਰਸ ਦੇ ਆਸ-ਪਾਸ, ਕੋਈ ਮਾਰਵਾੜ ਕਹਿੰਦਾ, ਕੋਈ ਕਿਤੇ ਕਹਿੰਦਾ। 100 ਸਾਲ ਦਾ ਫਰਕ ਪਾ ਦਿੰਦੇ ਆ ਵਿਦਵਾਨ। ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਨਾ, 1377, ਕੋਈ 1400 ਕੁਛ ਕਹਿੰਦਾ। 100 ਸਾਲ, ਮਹੀਨਾ 2 ਮਹੀਨੇ 5-10 ਦਿਨ ਦੀ ਗੱਲ ਤੇ ਬਹੁਤ ਛੋਟੀ ਜੀ ਰਹਿ ਜਾਂਦੀ ਹੈ। ਸੋ ਭਗਤ ਜੀ ਨੇ ਜੋ ਦੇਣ ਸਮਾਜ ਨੂੰ ਦਿੱਤੀ, ਜੋ ਦੇਣ ਉਸ ਸਮੇਂ ਲੋਕਾਈ ਨੂੰ ਦਿੱਤੀ, ਜਿਹੜੇ ਦੱਬੇ ਕੁਚਲੇ ਹੋਏ ਲੋਕ ਸੀ, ਉਹਨਾਂ ਦੇ ਲਈ ਇੱਕ ਮਾਡਲ ਬਣੇ, ਨਾਇਕ ਬਣੇ ਕਿ ਭਾਈ ਉੱਠੋ। ਉਸ ਵਾਹਿਗੁਰੂ ਨੇ ਸਾਰਿਆਂ ਮਨੁੱਖਾਂ ਨੂੰ ਇੱਕੋ ਜਿਹਾ ਹੀ ਬਣਾਇਆ। ਜਦੋਂ ਹੌਸਪੀਟਲ ਦੇ ਵਿੱਚ ਕੋਈ ਭਰਤੀ ਹੁੰਦਾ ਹੈ, ਖੂਨ ਦੀ ਲੋੜ ਪੈਂਦੀ ਹੈ, ਕੋਈ ਨਹੀਂ ਪੁੱਛਦਾ ਤੇਰੀ ਕੀ ਜਾਤ ਹੈ, ਤੇਰਾ ਕੀ ਮਜ਼ਹਬ ਹੈ, ਕੀ ਧਰਮ ਹੈ। ਜਦੋਂ ਆਪਾਂ ਕੁਲਚੇ ਵਾਲੀ ਰੇਹੜੀ 'ਤੇ ਖੜ੍ਹ ਕੇ ਜਾਂ ਬਰਗਰਾਂ ਵਾਲੀ ਰੇਹੜੀ 'ਤੇ ਖੜ੍ਹ ਕੇ ਪਦਾਰਥ ਛਕਦੇ ਹਾਂ, ਕੋਈ ਨਹੀਂ ਪੁੱਛਦਾ ਕਿ ਭਾਈ ਤੇਰੀ ਜਾਤ ਕੀ ਹੈ, ਕੌਣ ਹੈ ਤੂੰ। ਨਾਲ ਪਤਾ ਵੀ ਹੁੰਦਾ, ਪਰ ਖਾ ਲੈਂਦੇ ਹਾਂ। ਘਰਾਂ ਦੇ ਵਿੱਚ ਜਦੋਂ ਇਹੋ ਜਿਹੀ ਗਾਥਾ ਹੁੰਦੀ ਹੈ, ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ, ਉਦੋਂ ਗੁਰਮੁਖੋ ਸਾਡਾ ਰਵੱਈਆ ਬਿਲਕੁਲ ਬਦਲ ਜਾਂਦਾ, ਬਿਲਕੁਲ। ਹੁਣ ਤੇ ਖੈਰ ਫਰਕ ਪਿਆ, ਪਹਿਲਾਂ ਬਹੁਤ ਸੀ। ਸਮਾਜ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਸੀ। ਇਹ ਨੀਵੀਂ ਜਾਤ ਦਾ, ਇਹਨੂੰ ਮੰਜੇ 'ਤੇ ਨਹੀਂ ਬਹਾਉਣਾ, ਇਹਨੂੰ ਆਪਣੇ ਬਰੋਬਰ ਨਹੀਂ ਬਿਠਾਉਣਾ, ਇਹਨੂੰ ਆਪਣੇ ਭਾਂਡਿਆਂ ਦੇ ਵਿੱਚ ਪਦਾਰਥ ਨਹੀਂ ਛਕਾਉਣਾ। ਭਾਂਡੇ ਵੱਖਰੇ ਕੀਤੇ ਹੁੰਦੇ ਸੀ ਪਿੰਡਾਂ ਦੇ ਵਿੱਚ, ਅਸੀਂ ਛੋਟੇ ਹੁੰਦੇ ਵੇਖਦੇ ਰਹੇ ਹਾਂ। ਗੁਰਮੁਖੋ ਕਿੰਨਾ ਉਹਨਾਂ ਲੋਕਾਂ ਦਾ ਮਨ ਦੁਖੀ ਹੁੰਦਾ ਹੋਏਗਾ। ਔਰ ਅੱਜ ਜਿਹੜੇ ਗੁਰੂ ਘਰ ਬਣੇ ਨੇ, ਜ਼ਿਆਦਾਤਰ ਜਾਤਾਂ ਦੇ ਨਾਮ 'ਤੇ, ਮਜ਼ਹਬਾਂ ਦੇ ਨਾਮ 'ਤੇ, ਉਹ ਗੁਰਮੁਖੋ ਕਿਤੇ ਨਾ ਕਿਤੇ ਅਨਪੜ੍ਹਤਾ ਦੀ ਨਿਸ਼ਾਨੀ ਰਹੀ ਹੈ। ਉਹ ਜੋ ਸਾਡੇ 'ਤੇ ਥੋਪਿਆ ਗਿਆ ਸੀ ਨਾ, ਜਾਤ ਪਾਤ, ਊਚ ਨੀਚ, ਉਹਦੇ ਵਿੱਚ ਅਸੀਂ ਇੰਨੇ ਕੁ ਫਸੇ ਹੋਏ ਹਾਂ, ਅਸੀਂ ਆਪਣੇ ਆਪ ਨੂੰ ਸਿੱਖ ਕਹਿ ਕੇ ਵੀ ਸਿੱਖ ਹੈ ਹੀ ਨਹੀਂ। ਹੁਣ ਜਦੋਂ ਸਾਡੇ ਬੱਚੇ ਦਾ ਜਨਮ ਦਿਨ ਹੁੰਦਾ, ਕੇਕ ਕੱਟਦੇ ਆਪਾਂ, ਸਾਰੇ ਹੀ ਕੱਟਦੇ ਹਾਂ, ਅਸੀਂ ਵੀ ਕੱਟਦੇ ਹਾਂ, ਸਾਡੇ ਪਰਿਵਾਰਾਂ 'ਚ ਵੀ ਕੱਟਦੇ ਆ। ਜਦੋਂ ਵਿਆਹ ਹੁੰਦਾ ਹੈ, ਰਿੰਗ ਸੈਰਮਨੀ, ਇਹ ਤਾਂ ਸਾਡਾ ਹੈ ਹੀ ਨਹੀਂ ਸੀ ਸੱਭਿਆਚਾਰ, ਸਾਡਾ ਤਾਂ ਹੈ ਨਹੀਂ ਸੀ। ਅਸੀਂ ਸਾਰਾ ਕੁਝ ਹੀ ਬਾਹਰੋਂ ਅਡੋਪਟ ਕਰ ਲਿਆ। ਅਸੀਂ ਸਿੱਖ ਹੋ ਕੇ ਵੀ ਕ੍ਰਿਸਚਨ ਹਾਂ। ਵੇਖਣ ਨੂੰ ਦਸਤਾਰਾਂ ਸਜਾਈਆਂ ਨੇ, ਦਾੜੀਆਂ ਰੱਖੀਆਂ ਨੇ। ਗੁਰਮੁਖੋ ਸਾਡੀ ਸੋਚ ਬਹੁਤ ਨੀਵੇਂ ਪੱਧਰ 'ਤੇ ਖਲੋ ਗਈ ਹੈ। ਜਿੰਨਾ ਮਰਜ਼ੀ ਕਰੀ ਚੱਲੋ ਤੁਸੀਂ,
ਉਹ ਤੁਹਾਡੇ ਵਿੱਚ ਨਾ ਆਉਣਗੇ। ਬਸ ਤੁਹਾਡੇ ਵਿੱਚ ਉਹ ਜਿਹੜੀ ਚੀਜ਼ ਹੈ ਉਹ ਪਾ ਦਿੱਤੀ ਅਗਲੇ ਨੇ, ਕਿਸੇ ਤਰੀਕੇ ਪਾ ਦਿੱਤੀ। ਜਦੋਂ ਪ੍ਰਚਾਰ ਸਮੇਂ ਦਾ ਹਾਣੀ ਬਣੇਗਾ ਗੁਰਮੁਖੋ, ਫਿਰ ਕੌਮਾਂ ਉੱਪਰ ਜਾਣਗੀਆਂ। ਜਦੋਂ ਸਮੇਂ ਦਾ ਹਾਣੀ ਨਾ ਬਣੇ ਫਿਰ ਨਿਘਾਰ ਵੱਲ ਜਾਣਗੀਆਂ। ਅੱਜ ਤੋਂ 50 ਸਾਲ ਪਹਿਲਾਂ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਆ, ਮੇਰੇ ਨਾਨਾ ਜੀ। ਅਸੀਂ ਕਈ ਵਾਰੀ ਉਹਨਾਂ ਨੂੰ ਪੁੱਛਣਾ, ਉਹਨਾਂ ਨੇ ਕਹਿਣਾ ਸਾਡੇ ਪਰਿਵਾਰਾਂ 'ਚ ਇਹ ਗੱਲ ਹੁੰਦੀ ਸੀ, ਅੰਮ੍ਰਿਤ ਛਕਣਾ ਛਕ, ਪਰ ਤੇਰਾ ਦਾੜੀ ਕੇਸ ਇਹ ਮੁੰਨਿਆ ਨਹੀਂ ਹੋਣਾ ਚਾਹੀਦਾ, ਸਾਬਤ ਸੂਰਤ ਰਹਿਣਾ ਚਾਹੀਦਾ। ਸਿੱਖੀ ਤੁਹਾਡੇ ਘਰ ਦੇ ਵਿੱਚ ਹੋਣੀ ਲਾਜ਼ਮੀ ਸੀ, ਪਹਿਚਾਣ ਹੀ ਫਿਰ ਸੀ, ਮਿਲ ਗੋਭਾ ਕੰਮ ਨਹੀਂ ਸੀ। ਗੁਰਮੁਖੋ ਅੱਜ ਕਿਤੇ ਨਾ ਕਿਤੇ ਸਾਡੀਆਂ ਕਮਜ਼ੋਰੀਆਂ ਨੇ, ਸਾਡੀਆਂ ਸੰਸਥਾਵਾਂ ਦੀਆਂ ਕਮਜ਼ੋਰੀਆਂ ਨੇ। ਸੰਗਤ ਵੱਧ ਗਈ, ਗੁਰੂ ਅਸਥਾਨ ਬਣ ਜਾਏ, ਕੋਈ ਦਿੱਕਤ ਨਹੀਂ, ਪਰ ਜਦੋਂ ਅਸੀਂ ਕਿਸੇ ਨੂੰ ਪਿੱਛੇ ਤੱਕਦੇ ਹਾਂ ਨਾ, ਫਿਰ ਗੁਰਮੁਖੋ ਅਗਲਾ ਤੇ ਜਿੰਨਾ ਜ਼ੋਰ ਹੈ ਲਾਏਗਾ। ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸਾਡੀ ਬੁੱਧੀ ਦੇ ਵਿੱਚੋਂ ਇਹ ਗੱਲ ਕੱਢਣ ਦਾ ਯਤਨ ਕੀਤਾ ਕਿ ਮੇਰਾ ਸਿੱਖ ਕਿਤੇ ਇਸ ਚੱਕਰ 'ਚ ਨਾ ਪੈ ਜਾਏ, ਜਾਤ ਪਾਤ ਦੇ ਚੱਕਰ 'ਚ ਨਾ ਪੈ ਜਾਏ। ਉੱਚਾ ਨੀਵਾਂ ਤੇਰਾ ਕਰਮ ਹੋ ਸਕਦਾ, ਮਨੁੱਖ ਨਹੀਂ। ਮਨੁੱਖ ਕਰਮਾਂ ਕਰਕੇ ਉੱਚਾ ਵੱਡਾ ਹੁੰਦਾ। ਇੱਕੋ ਹੀ ਰਸਤਾ, ਇੱਕੋ ਰਸਤੇ ਆਏ ਆ, ਇੱਕੋ ਹੀ ਰਸਤੇ ਸਾਰੇ ਨੇ ਜਾਣਾ। ਸੋ ਗੁਰਮੁਖੋ 15 ਭਗਤ ਨੇ, 15 ਹੀ ਭਗਤ ਵੱਖੋ ਵੱਖਰੇ ਫਿਰਕਿਆਂ ਤੋਂ ਨੇ। ਇਹਦੇ ਵਿੱਚ ਭਗਤ ਰਵਿਦਾਸ ਜੀ, ਹੁਣ ਮੈਂ ਦੂਜੀ ਗੱਲ ਕਹਿਣ ਲੱਗਾ, ਦੁਨਿਆਵੀ ਤੌਰ 'ਤੇ ਚਮਾਰ ਵੀ ਬੈਠੇ ਨੇ, ਇਹਦੇ ਵਿੱਚ ਨਾਈ ਵੀ ਬੈਠੇ ਨੇ, ਇਹਦੇ ਵਿੱਚ ਸੂਫੀ ਵੀ ਬੈਠੇ ਨੇ, ਸਤਿਗੁਰਾਂ ਦੇ ਵਿੱਚ ਹਿੰਦੂ ਵੀ ਬੈਠੇ ਨੇ, ਇਹਦੇ ਵਿੱਚ ਨਿਰਮਲੇ ਵੀ ਬੈਠੇ ਨੇ, ਇਹਦੇ ਵਿੱਚ ਸੈਣ ਨਾਈ ਵਰਗੇ ਵੀ ਬੈਠੇ ਨੇ, ਇਹਦੇ ਵਿੱਚ ਭਗਤ ਸਦਨੇ ਵਰਗੇ ਵੀ ਬੈਠੇ ਨੇ, ਤਰਲੋਚਨ ਜੀ ਬੈਠੇ ਨੇ। ਕਿੰਨਿਆਂ ਕੁ ਦੀ ਗਾਥਾ ਗੁਰਮੁਖੋ ਆਪਾਂ ਕਰੀਏ। ਧੰਨਾ ਜੱਟ ਬੈਠਾ ਹੈ। ਹੁਣ ਸਾਡੇ ਵਰਗੇ ਜੀ ਅਸੀਂ ਤੇ ਜੱਟ ਹੁੰਦੇ ਹਾਂ, ਤੁਹਾਡਾ 3 ਸ਼ਬਦ ਹੈ ਸਿਰਫ ਜੱਟਾਂ ਦੇ। ਨਹੀਂ, ਇਹਨਾਂ ਗੱਲਾਂ ਤੋਂ ਆਪਾਂ ਉੱਚੇ ਉੱਠੀਏ। ਸਤਿਗੁਰਾਂ ਨੇ ਇਹਨਾਂ ਗੱਲਾਂ 'ਚੋਂ ਸਾਨੂੰ ਕੱਢਣ ਦਾ ਯਤਨ ਕੀਤਾ ਹੈ। ਭਗਤ ਰਵਿਦਾਸ ਜੀ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ, ਵਾਹਿਗੁਰੂ ਜਨਮ ਦਿਹਾੜਾ ਮਨਾ ਰਹੇ ਹਾਂ। ਬਹੁਤ ਚੰਗੀ ਗੱਲ ਹੈ, ਕਿਉਂਕਿ ਲੋਕਾਂ ਤੱਕ ਸੰਦੇਸ਼ ਜਾਣਾ ਚਾਹੀਦਾ, ਸੰਗਤ ਤੱਕ, ਕਿ ਉਹਨਾਂ ਮਹਾਂਪੁਰਖਾਂ ਦੀ ਕੀ ਦੇਣ ਹੈ। ਐਵੇਂ ਅੱਜ ਦੁਨੀਆ ਉਹਨਾਂ ਨੂੰ ਯਾਦ ਨਹੀਂ ਕਰਦੀ। ਰਵਿਦਾਸ, ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਕਹਿੰਦੇ ਨੇ ਰੱਬ ਕਿਹਾ ਜਾਂਦਾ ਸੂਰਜ ਨੂੰ, ਦਾਸ ਸੂਰਜ ਦੇ ਦਾਸ, ਭਾਵ ਉਸ ਸ਼ਕਤੀ ਦੇ ਦਾਸ ਰਵਿਦਾਸੀਏ, ਰਵਿਦਾਸ ਜੀ ਦੇ ਸੇਵਕ। ਗੁਰਮੁਖੋ ਮਾਣ ਹੋਣਾ ਚਾਹੀਦਾ। ਭਗਤ ਰਵਿਦਾਸ ਜੀ ਨੇ ਤਕਰੀਬਨ ਹਰ ਸ਼ਬਦ ਦੇ ਵਿੱਚ ਤਕਰੀਬਨ ਆਪਣੇ ਆਪ ਨੂੰ ਲੁਕੋਇਆ ਨਹੀਂ। ਦੁਨੀਆ ਜਿਹੜੀ ਗੱਲ ਕਹਿੰਦੀ ਸੀ ਉਹ ਕਹਿੰਦੇ ਤੁਸੀਂ ਕੀ ਕਹਿੰਦੇ ਹੋ, ਮੈਂ ਤੇ ਆਪ ਆਪਣੀ ਬਾਣੀ ਦੇ ਵਿੱਚ ਰਹਿੰਦੀ ਦੁਨੀਆ ਤੱਕ ਲਿਖ ਦਿਆਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਰਮਾਂ ਕਰਕੇ ਮਨੁੱਖ ਛੋਟਾ ਵੱਡਾ ਹੋ ਸਕਦਾ ਹੈ, ਸਮਾਜ ਕਰਕੇ ਨਹੀਂ। ਇਹਨਾਂ ਵਿਤਕਰਿਆਂ ਤੋਂ ਆਪਾਂ ਨੂੰ ਉੱਪਰ ਉੱਠਣਾ ਚਾਹੀਦਾ ਹੈ। ਸਿਆਣੇ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਬਾਣਾ ਔਰ ਬਾਣੀ ਦੇ ਧਾਰਨੀ ਬਣੀਏ। ਇਹਨਾਂ ਗੱਲਾਂ ਤੋਂ ਉੱਚੇ ਉੱਠ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਸੰਨਤਾ, ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਆਪਾਂ ਲੈ ਸਕਦੇ ਹਾਂ। ਸੋ ਉਸ ਮਹਾਨ ਭਗਤ ਮਹਾਂਪੁਰਖ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਸੰਗਤਾਂ ਵੱਲੋਂ ਰਲ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸਮਾਪਤੀ ਤੋਂ ਉਪਰੰਤ ਆਪ ਜੀ ਕੀਰਤਨ ਦੇ ਨਾਲ ਜੁੜੇ ਹੋ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।